ਵੱਧ ਜਿਹੜੀਆਂ ਇੱਥੇ ਸੰਗਤਾਂ ਪਹੁੰਚੀਆਂ ਉਹ ਤਾਂ ਹੈ ਹੀ ਆ। ਪੰਜਾਬ 'ਚ ਵੱਖ-ਵੱਖ ਥਾਈਂ ਰੋਸ ਮਾਰਚ ਹੋ ਰਹੇ ਆ, ਰੋਡ ਬਲੌਕ ਕੀਤੇ ਹੋਏ ਆਪ ਮੁਹਾਰੇ ਸੰਗਤਾਂ ਨੇ, ਕੋਈ ਲੀਡ ਨਹੀਂ ਕਰ ਰਿਹਾ, ਆਪ ਮੁਹਾਰੇ ਸੰਗਤਾਂ ਜਿਹੜੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਖੜੀਆਂ ਨੇ। ਤਾਂ ਇਹ ਜਿਹੜਾ ਪ੍ਰੋਗਰਾਮ ਦੀ ਉਡੀਕ 'ਚ ਨੇ, ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਜਥੇਦਾਰ ਸਾਹਿਬਾਨਾਂ ਨੂੰ ਕਿ ਠੋਸ ਫੈਸਲਾ ਜਿਹੜਾ ਭਾਈ ਬਲਵੰਤ ਸਿੰਘ ਨੂੰ ਰਿਹਾਈ ਵਾਸਤੇ ਉਹਦੀ ਸਜ਼ਾ ਰੱਦ ਕਰਾ ਕੇ ਤਖਤੇ ਦੇ ਉੱਤੋਂ खिंच के लिया सारी सिख कौम ने, खो के लिया सेंटर गौरमेंट के खूनी पुंजियां चों। जेकर ऐसा प्रोग्राम नहीं आऊगा तो जिहड़े सिख संगतां दे दुनिया च वसदे संगतां दे जिहड़े भड़कदे जज्बात आ, मैं समझदा उन्हां वास्ते जथेदार साहब ही जिम्मेवार होणगे। तुसीं तख्ते दी गल कीती है जी, तख्ते दे उत्ते श्री अकाल तख्त साहब आ रहा है कि आपां हाँ, मैं यही बेनती करनी चाहुंदा कि देखो एक पासे अकाल तख्त आ, तख्त साहिब पूरी सिख कौम दीयां नज़रां ने इत्थे, उधर फांसी दा तख्त आ ਤੇ ਉਸ ਸਿੱਖ ਨੇ ਇੱਥੇ ਆਪਣੀਆਂ ਸਾਰੀਆਂ ਭਾਵਨਾਵਾਂ ਰੋਮ ਕਰਕੇ ਪ੍ਰਗਟ ਕਰ ਦਿੱਤੀਆਂ। ਤੇ ਇਹ ਵਿਚਾਰ ਵੀ ਸੰਗਤਾਂ ਦੇ ਆ ਰਹੇ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆਪਣੇ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਤੌਰ ਅਕਾਲ ਤਖਤ ਦਾ ਜਥੇਦਾਰ ਐਲਾਨ ਦੇਣ ਔਰ ਆਪ ਐਕਟਿੰਗ ਜਥੇਦਾਰ ਦੇ ਤੌਰ ਤੇ ਕੌਮ ਵਿੱਚ ਵਿਚਰਨ। ਔਰ ਨਾਲ ਹੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਸ ਤਰੀਕੇ ਦੇ ਨਾਲ ਸਾਡੇ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੈਂਟਰ ਗਵਰਨਮੈਂਟ, ਵੈਸੇ ਤੇ ਇੱਕ ਸਿੱਖ ਦੀ ਵੀ ਉਹਨਾਂ ਸਤਿਕਾਰ ਆ, ਤੇ ਪਰ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੈਂਟਰ ਗਵਰਨਮੈਂਟ ਫਾਂਸੀ ਲਾਉਂਦੀ ਆ ਤੇ ਇਹਦੇ ਚ ਭਾਵਨਾਵਾਂ ਸਿੱਖਾਂ ਨੂੰ ਦੇਖ ਹੀ ਲੈਣਾ ਚਾਹੀਦੀਆਂ ਕਿ ਅਸੀਂ ਇਸ ਦੇਸ਼ 'ਚ ਗੁਲਾਮ ਆ। ਸਭ ਤੋਂ ਵੱਧ ਕੁਰਬਾਨੀਆਂ ਕਰਕੇ ਵੀ ਅਸੀਂ ਇਸ ਦੇਸ਼ ਦੇ ਵਿੱਚ ਆਜ਼ਾਦ ਨਹੀਂ, ਭਾਰਤ ਆਜ਼ਾਦ ਆ, ਸਿੱਖ ਕੌਮ ਗੁਲਾਮ ਆ ਤੇ ਸਿੱਖਾਂ ਨੇ ਗਲੋਂ ਗੁਲਾਮੀ ਲਾਉਣੀ ਆ। ਤੇ ਉਹ ਕਿਸ ਤਰੀਕੇ ਦੇ ਨਾਲ ਆਪੋ ਆਪਣਾ ਯੋਗਦਾਨ ਪਾਉਣਾ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖ ਕੌਮ ਦੇ ਗਲੋਂ ਆਜ਼ਾਦੀ ਲਾ ਕੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਦਾ ਨਾਰਾ ਦਿੱਤਾ ਸੀ। ਅੱਜ ਉਹਨਾਂ ਦੇ ਬੋਲ ਜਿਹੜੇ ਆ ਹਰ ਇੱਕ ਸਿੱਖ ਦੇ ਹਿਰਦੇ 'ਚ ਗੂੰਜ ਰਹੇ ਆ ਤੇ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਆ। ਇਸ ਤਰ੍ਹਾਂ ਜਥੇਬੰਦੀਆਂ ਇਕੱਤਰ ਹੋਈਆਂ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ, ਜੇ ਇਹੋ ਜਥੇਬੰਦੀਆਂ ਭਾਈ ਗੁਰਦਾਸ ਹਾਲ ਵਿਖੇ ਜਾਂ ਇਕੱਤਰ ਹੋਈਆਂ ਹੁੰਦੀਆਂ ਜਾਂ ਕਿਤੇ ਹੋਰ ਸਾਂਝੇ ਮੋਰਚੇ ਤੇ ਇਕੱਤਰ ਹੋਈਆਂ ਹੁੰਦੀਆਂ ਕਿ ਸੁਝਾਅ ਜਿਹੜੇ ਸੀ, ਆਪਣਾ ਰੋਸ ਜਿਹੜਾ ਸੀ ਇੱਕ ਸਾਹਮਣੇ ਆ ਸਕਦਾ ਸੀ ਜਥੇਦਾਰਾਂ ਦੇ ਸਾਹਿਬਾਨਾਂ ਦੇ ਸਾਹਮਣੇ। ਮੈਂ ਸਮਝਦਾ ਸ਼ਾਇਦ ਉਸੇ ਰੋਸ ਨੂੰ ਰੋਕਣ ਵਾਸਤੇ ਇਸ ਕਤਰੇ ਚੁਣੀ ਗਈ ਆ ਕਿ ਇੱਥੇ ਕੋਈ ਬੋਲੇਗਾ ਨਹੀਂ ਔਰ ਆਪਣੇ ਵਿਚਾਰ, ਪਰ ਅਸੀਂ ਫੇਰ ਵੀ ਦੇਖੋ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਸੀ, ਇਲਾਹੀ ਹੁਕਮ ਜਾਣ ਕੇ ਫੇਰ ਵੀ ਉੱਥੇ ਨਤਮਸਤਕ ਹੁੰਨੇ ਆ। ਪਰ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤੀ ਜਾਵੇ, ਕੌਮ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ। ਅੱਜ ਸਮਝਣ ਦੀ ਲੋੜ ਆ। ਅੱਜ ਜਥੇਦਾਰ ਬਾਬਾ ਕਾਲੀ ਫੂਲਾ ਸਿੰਘ ਵਾਲੀ ਤਾਕਤ ਦੀ ਵਰਤੋਂ ਕਰਨ ਦੀ ਲੋੜ ਆ ਜਥੇਦਾਰ ਸਾਹਿਬਾਨਾਂ ਨੂੰ। ਅੱਜ ਇਹ ਨਹੀਂ ਦੇਖਣਾ ਚਾਹੀਦਾ ਕਿ ਸਰਕਾਰ ਦਾ ਰਵੱਈਆ ਕੀ, SGPC ਦਾ ਰਵੱਈਆ ਕੀ ਆ। ਅੱਜ ਜਥੇਦਾਰ ਅਕਾਲ ਤਖਤ ਸਾਹਿਬ ਬਤੌਰ ਜਥੇਦਾਰ ਆਪਣੀ ਜਿਹੜੀ ਤਾਕਤ ਆ ਉਹਦੀ ਵਰਤੋਂ ਕਰਨ। ਤੇ ਮੈਂ ਸਮਝਦਾ ਜੋ ਤਾਕਤ ਦੀ ਵਰਤੋਂ ਹੋ ਗਈ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਫਾਂਸੀ ਦੇ ਤਖਤੇ ਤੋਂ ਅਸੀਂ ਖੋ ਕੇ ਸੰਗਤਾਂ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਰਕ ਕਰਨ ਵਾਸਤੇ ਲੈ ਆਵਾਂਗੇ। ਜਥੇਦਾਰ ਸਾਹਿਬਾਨਾਂ ਦੇ ਅੱਗੇ ਜੀ ਦੋ ਫੈਸਲੇ ਲਿੱਤੇ ਜਾ ਸਕਦੇ ਨੇ ਜਿਹਦੇ ਨਾਲ ਭਾਈ ਰਾਜੋਆਣਾ ਸਾਹਿਬ ਜਿਹੜੇ ਆ ਵਾਪਸ ਆ ਸਕਦੇ ਨੇ, ਜਿਸ ਤਰ੍ਹਾਂ ਕਿ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਜਾਣ ਤੇ ਜਾਂ ਪੰਜਾਬ ਵਿਧਾਨ ਸਭਾ ਦੇ ਦੋਨੋਂ ਹੀ ਜਿਹੜੇ ਜਥੇਦਾਰ ਸਾਹਿਬ ਦੇ ਕੋਲੇ ਦੋਨੋਂ ਹੀ ਜਿਹੜੀਆਂ ਬੇਨਤੀਆਂ ਨੇ ਸੁਝਾਅ ਪਹੁੰਚ ਚੁੱਕੇ ਆ। ਜਥੇਦਾਰ ਸਾਹਿਬਾਂ ਕੋਲੇ ਬੈਠੇ ਆ, ਜਥੇਦਾਰ ਉੱਤੇ ਵਿਚਾਰ ਕਰ ਰਹੇ ਆ ਔਰ ਇਹ ਸੁਝਾਅ ਜਥੇਦਾਰ ਸਾਹਿਬ ਕੋਲੇ ਪਹੁੰਚ ਚੁੱਕੇ ਆ। ਦੋਨੋਂ ਤਰੀਕੇ ਦੇ ਨਾਲ ਹੀ ਪਹੁੰਚ ਚੁੱਕੇ। ਹੋਰ ਬੜੇ ਆਪੋ ਆਪਣੇ ਸੁਝਾਅ ਸੰਗਤਾਂ ਨੇ ਭੇਜੇ ਆ, ਪਰ ਮੁੱਖ ਰੂਪ ਦੇ ਅੰਦਰ ਇਹ ਦੋਨੋਂ ਸੁਝਾਅ ਜਿਹੜੇ ਮੈਂ ਵੀ ਲਿਖਤੀ ਰੂਪ ਦੇ ਅੰਦਰ ਇਹ ਜਿਹੜੇ ਹੈਗਾ ਕਿ ਪੰਜਾਬ ਸਰਕਾਰ ਨੂੰ ਔਰ ਬਤੌਰ ਮੁੱਖ ਮੰਤਰੀ ਪੰਜਾਬ, ਬਤੌਰ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਫਖਰੇ ਕੌਮ ਪੰਥ ਰਤਨ ਅਵਾਰਡ ਪ੍ਰਾਪਤ ਨੇ। ਤੇ ਮੈਨੂੰ ਉਮੀਦ ਆ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਜਿਹੜਾ ਹੈਗਾ ਉਹ ਪਰੇ ਨਹੀਂ ਹੋਣਗੇ। ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਿਹੜਾ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਨੇ ਇਹਦੇ ਤੇ ਉਹ ਜ਼ਰੂਰ ਫੁੱਲ ਚੜਾਉਣਗੇ ਔਰ ਉਹ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਰਾਜਪਾਲ ਨੂੰ ਦੇਣਗੇ ਔਰ ਰਾਜਪਾਲ ਰਾਸ਼ਟਰਪਤੀ ਕੋਲ ਪਹੁੰਚਾਏਗਾ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਤੁਰੰਤ ਰਿਹਾਈ ਹੋਵੇਗੀ। ਉਹ ਮਤਾ ਤੇ ਜ਼ਰੂਰ ਪਾਸ ਕਰਨਗੇ ਜੀ ਕਿ ਇਹ ਸਮਝਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਮਤਾ ਉਹਨਾਂ ਨੂੰ ਭੇਜਿਆ ਵੀ ਜਾ ਸਕਦਾ ਹੈ, ਉਹਨਾਂ ਨੂੰ ਜਿਹੜੀ ਹੈ ਇਹ ਭਾਈ ਰਾਜੋਆਣਾ ਦੀ ਰਿਹਾਈ ਦੇ ਲਈ ਜਿਹੜੀ ਆ ਪੰਜਾਬ ਵਿਧਾਨ ਸਭਾ ਮਤਾ ਪਾਸ ਕਰਨ ਦੇ ਲਈ ਕਿਹਾ ਜਾ ਸਕਦਾ ਹੈ। ਦੇਖੋ ਇਹ ਜਿਹੜੀ ਇਲਾਹੀ ਤਖਤ ਆ ਤੇ ਮੈਂ ਸਮਝਦਾ ਇਲਾਹੀ ਤਖਤ ਆ ਵਾਇਆ ਮੀਡੀਆ, ਇੱਕ ਸੈਕਿੰਡ ਦੇ ਅੰਦਰ ਉਹਨਾਂ ਦੀ CID ਖੜੀ ਆ, IB ਖੜੀ ਆ ਇੱਥੇ, ਇੱਕ ਸੈਕਿੰਡ ਦੇ ਅੰਦਰ ਉਹਨਾਂ ਕੋਲ ਸੁਨੇਹਾ ਪਹੁੰਚਣਾ। ਤੇ ਬਾਕੀ ਉਹ ਆਪ ਵੀ ਸਿੱਖ ਨੇ, ਮੈਂ ਤਾਂ ਸਮਝਦਾ ਉਹਨਾਂ ਨੂੰ ਆਪ ਖੁਦ ਇਹ ਫੈਸਲਾ ਲੈ ਲੈਣਾ ਚਾਹੀਦਾ। ਉਹ ਹੁਣ ਤੱਕ ਪੰਥ ਕੂਕਦੇ ਪੰਥ ਦੇ ਨਾਂ ਤੇ 5ਵੀਂ ਵਾਰ ਮੁੱਖ ਮੰਤਰੀ ਨੇ ਤੇ ਹੁਣ ਉਹਨਾਂ ਨੂੰ ਮਤਲਬ ਜਿਹੜਾ ਖੁਦ ਫੈਸਲਾ ਲੈ ਲੈਣਾ ਚਾਹੀਦਾ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ। ਔਰ ਇਹਦੇ ਨਾਲ ਦੇਖੋ ਇਹ ਫੈਸਲਾ ਐਸਾ ਜਿਹਦੇ ਨਾਲ ਅਮਨ ਸ਼ਾਂਤੀ ਕਾਇਮ ਹੋਣੀ ਆ। ਇਸ ਫੈਸਲੇ ਦੇ ਨਾਲ ਕੋਈ ਭਾਂਬੜ ਨਹੀਂ ਮਚਣੇ, ਕੋਈ ਲਾਂਬੂ ਨਹੀਂ ਲੱਗਣੇ, ਕੋਈ ਅੱਗ ਨਹੀਂ ਲੱਗੇ। ਇਸ ਫੈਸਲੇ ਨਾਲ ਤੇ ਅਮਨ ਸ਼ਾਂਤੀ ਕਾਇਮ ਹੋਣੀ ਆ। ਜੇਕਰ ਇਹ ਨਹੀਂ ਹੁੰਦਾ ਫਾਂਸੀ ਲੱਗਦਾ ਸਿੱਖ ਤੇ ਫਿਰ ਹਾਲਾਤ ਵਿਗੜਨੇ ਆ।
ਫਿਰ ਵਿਗੜਦੇ ਹਾਲਾਤਾਂ ਲਈ ਸਰਕਾਰ ਇਹ ਸਾਰੇ ਜਿਹੜੇ ਜ਼ਿੰਮੇਵਾਰ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਾਂ ਜੋਸ਼ ਵੇਖ ਰਹੇ ਹਾਂ। ਅੰਦਰ ਕਈ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਗਈਆਂ ਨੇ, ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਨੇ, ਪਰ ਜਿਨ੍ਹਾਂ ਵਿੱਚੋਂ ਸਭ ਨਾਲੋਂ ਵੱਡਾ ਸੁਝਾਅ ਜੋ ਅਸੀਂ ਵੇਖਿਆ, ਜੋ ਭਾਈ ਮੋਹਕਮ ਸਿੰਘ ਹੋਣਾ ਨੇ ਜਾਂ ਹੋਰ ਜਥੇਬੰਦੀਆਂ ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ, ਉਹ ਸੁਝਾਅ ਇਹੀ ਦਿੱਤਾ ਗਿਆ ਕਿ ਸਿੰਘ ਸਾਹਿਬਾਨਾਂ ਨੇ ਜਿਸ ਤਰੀਕੇ ਸਿਰ ਪਹਿਲਾਂ ਸਾਡੀ ਕੌਮ ਵਿੱਚ ਕਈ ਐਸੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਨੂੰ ਅਹੁਦਾ ਦੇ ਕੇ ਜਥੇਦਾਰੀ ਦਾ, ਭਾਈ ਜਸਵੀਰ ਸਿੰਘ ਤੇ ਭਾਈ ਰਣਜੀਤ ਸਿੰਘ ਹੋਣਾ ਨੂੰ ਜਿਸ ਤਰੀਕੇ ਸਿਰ ਅੱਗੇ ਜੇਲ੍ਹ ਚੋਂ ਬਾਹਰ ਕੱਢਿਆ ਸੀ, ਤੇ ਇਸ ਤਰੀਕੇ ਸਿਰ ਜੇ ਉਹਨੂੰ 31 ਤਰੀਕ ਨੂੰ ਫਾਂਸੀ ਦਿੱਤੀ ਵੀ ਜਾਵੇ ਤਾਂ ਇੱਕ ਸਿੰਘ ਨਹੀਂ ਜਾ ਰਿਹਾ, ਉਹ ਜਥੇਦਾਰ ਨੂੰ ਫਾਂਸੀ ਦਿੱਤੀ ਜਾ ਰਹੀ ਹੈ। ਇਹ ਫੈਸਲੇ ਵਾਸਤੇ ਸਾਰਿਆਂ ਨੇ ਬੇਨਤੀ ਕੀਤੀ ਹੈ, ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਸੁਝਾਅ ਦਿੱਤੇ ਆ ਤੇ ਅੱਗੇ ਹੁਣ ਸਿੰਘ ਸਾਹਿਬਾਨ ਜੀ ਦੀ ਮਰਜ਼ੀ ਹੈ। ਸੋ ਜੋ ਅੱਜ ਮਾਹੌਲ ਵੇਖ ਰਹੇ ਹਾਂ ਉਹਨੂੰ ਵੇਖ ਕੇ ਤੇ ਲੱਗਦਾ ਹੈ ਕਿ ਫੈਸਲਾ ਕੁਝ ਚੰਗਾ ਆਏਗਾ, ਤੇ ਮੈਂ ਸਾਰੀ ਸੰਗਤ ਨੂੰ ਅੱਜ ਜਥੇਦਾਰਾਂ ਨੂੰ ਬੇਨਤੀ ਕੀਤੀ ਵੀ ਹੈ, ਲਿਖ ਕੇ ਵੀ ਦੇ ਕੇ ਆਇਆ ਕਿ ਅੱਜ ਕੋਈ ਠੋਸ ਫੈਸਲਾ ਹੋਣਾ ਚਾਹੀਦਾ। ਜੇ ਅੱਜ ਫੈਸਲਾ ਨਾ ਹੋਇਆ ਤੇ ਕੌਮ ਵਿੱਚ ਆਪੋ ਧਾਪੀਆਂ ਪੈ ਜਾਣਗੀਆਂ, ਦਿਨ ਬੜੇ ਥੋੜੇ ਰਹਿ ਗਏ ਆ ਤੇ ਅੱਜ ਸਾਨੂੰ ਦ੍ਰਿੜਤਾ ਨਾਲ ਫੈਸਲਾ ਲੈਣਾ ਪੈਣਾ। ਫਕਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੀ ਨੇ ਜਿਹੜੇ ਕਿ ਆਪਣੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਉਹਨਾਂ ਦੀ ਰਿਹਾਈ ਦੀ ਹਾਂ ਇਹ ਵੀ ਸੁਝਾਅ ਦਿੱਤੇ ਜਾ ਰਹੇ ਨੇ, ਇਹ ਵੀ ਸੁਝਾਅ ਦਿੱਤੇ ਜਾ ਰਹੇ ਨੇ। ਸਿੰਘ ਸਾਹਿਬਾਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਆਦੇਸ਼ ਜਾਰੀ ਕੀਤੇ ਜਾਣ, ਤੇ ਜੋ ਕਿ ਅਮਰਿੰਦਰ ਸਿੰਘ ਵੀ ਇੱਕ ਸਿੱਖ ਹੈ, ਮਨਮੋਹਨ ਸਿੰਘ ਵੀ ਇੱਕ ਸਿੱਖ ਹੈ, ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਇਹ ਇੱਥੋਂ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਨੇ। ਪਰ ਇਹ ਹੁਣ ਅੱਗੇ ਉਹਨਾਂ ਦੀ ਮਰਜ਼ੀ ਹੈ ਜੀ ਕਿਸ ਤਰੀਕੇ ਸਿਰ, ਪਰ ਜਿਹੜੇ ਵੀ ਸੁਝਾਅ ਆਏ ਆ ਉਹ ਕਾਬਿਲੇ ਤਾਰੀਫ ਨੇ, ਬੜੇ ਸੋਹਣੇ ਸੁਝਾਅ ਅਕਾਲ ਤਖਤ ਸਾਹਿਬ ਨੂੰ ਮਿਲ ਰਹੇ ਨੇ ਤੇ ਹੁਣ ਅੱਗੇ ਇਹਨਾਂ ਨੇ ਫੈਸਲਾ ਕਰਨਾ ਹੈ। ਤੇ ਸਾਰਿਆਂ ਨੂੰ ਇਹੀ ਬੇਨਤੀ ਕਰਵੇ ਤੇ ਦੇਰੀ ਨਾ ਲਾਈ ਜਾਏ, ਸਮਾਂ ਨਾ ਲਾਇਆ ਜਾਏ, ਔਰ ਸਭ ਨਾਲੋਂ ਵੱਡੀ ਗੱਲ ਸਾਰੀਆਂ ਸੰਗਤਾਂ ਕਮੇਟੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹੀ ਸੁਨੇਹਾ ਭੇਜੋ ਕਿ 5 ਸਿੰਘ ਸਾਹਿਬਾਨਾਂ ਵਿੱਚੋਂ ਇੱਕ ਕੋਈ ਵੱਡਾ ਦਿਲ ਕਰਕੇ ਅੱਜ ਇਹ ਅਹੁਦਾ ਛੱਡ ਕੇ ਉਹਨਾਂ ਨੂੰ ਇਸ ਥਾਂ ਉੱਤੇ ਸਾਰਾ ਇਹ ਫੈਸਲਾ ਕੌਮ ਨੇ ਕਰਨਾ ਹੈ। ਸਮੂਹ ਸਿੱਖ ਇਕੱਠੇ ਹੋ ਕੇ ਫੈਸਲੇ ਨੂੰ ਪ੍ਰਵਾਨਗੀ ਦੇ ਦੇਣਗੇ। ਸਾਰੇ ਹੀ ਸਿੱਖ ਅੱਜ ਇਕਜੁੱਟ ਨੇ। ਕਮਾਲ ਦੀ ਗੱਲ ਤੇ ਅੱਜ ਜਿਹੜੀ ਵੇਖਣ 'ਚ ਮਿਲ ਰਹੀ, ਅੱਜ ਤੱਕ ਇੰਨੀ ਦ੍ਰਿੜਤਾ, ਅੱਜ ਤੱਕ ਕਦੀ ਏਡੀ ਇਕੱਤਰਤਾ ਕਿਸੇ ਵੀ ਮੁੱਦੇ ਤੇ ਨਹੀਂ ਹੋਈ ਜੋ ਅੱਜ ਹੋਈ ਹੈ। ਸੋ ਅੱਜ ਇਹ ਫੈਸਲਾ ਜਿਹੜਾ ਆਉਣਾ ਹੈ ਉਹ ਕੌਮ ਦਾ ਬੜਾ ਵੱਡਾ ਭਵਿੱਖ ਬਣਾਏਗਾ, ਇਤਿਹਾਸਕ ਫੈਸਲਾ ਹੋਏਗਾ। ਸੋ ਸਤਿਗੁਰੂ ਮਿਹਰ ਕਰਨ, ਇਹੀ ਅਰਦਾਸ। ਜਾਇਓ ਨਾ ਉਹ ਅੰਦਰ ਬੁਲਾ ਇਧਰ ਸੱਚੇ ਪਾਤਸ਼ਾਹ ਮਤਲਬ ਹਾਂ ਇਹ ਸਾਰਾ ਪ੍ਰਤਾਪ ਚੱਲ ਰਿਹਾ ਨਾ। ਪਤਾ ਨਹੀਂ ਯਾਰ ਤੂਫਾਨ ਆ ਗਿਆ, ਕੀ ਆ ਗਿਆ, ਗੱਲ ਹੀ ਕਰਨ ਦਾ ਨਾ ਯਾਰ, ਖੁਦਾ ਆ ਗਿਆ, ਇੱਥੇ ਕੀ ਹੋ ਗਿਆ? ਤੂੰ ਇੱਕ ਦੂਜੇ ਭਾਜੀ ਥੋੜਾ ਢਿੱਡ ਪਿੱਛੇ ਕਰੋ। ਭਾਈ ਸਾਹਿਬ ਤਾਂ ਚਲੇ ਗਏ ਤੇ ਤੁਸੀਂ ਇੱਥੇ ਕਦੋਂ ਬੈਠੇ ਆ? ਸਾਹਿਬ ਜੀ ਸਿੱਖ
ਚੈਨਲ ਇਹ ਕਿਹੜੇ ਤੇ ਹਾਂਜੀ ਅੱਜ ਸਾਰੀ ਸਿੱਖ ਕੌਮ ਇੱਕ ਆ। ਜੋ ਸਰਦਾਰ ਬਲਵੰਤ ਸਿੰਘ ਰਾਜੂਆਣਾ ਨੂੰ ਫਾਂਸੀ ਦੀ ਹੁਕਮ ਹੋਇਆ ਹੈ ਸੈਂਟਰ ਵੱਲੋਂ, ਉਹ ਕੇਂਦਰ ਸਰਕਾਰ ਵੱਲੋਂ ਜੋ ਲਗਾਤਾਰ ਸਿੱਖੀ ਤੇ ਹਮਲੇ ਹੋ ਰਹੇ ਆ ਉਹਦਾ ਹੀ ਇੱਕ ਬਹੁਤ ਹੀ ਸਿੱਧਾ ਤੇ ਜ਼ਾਹਰਾ ਹਮਲਾ ਆ ਸਿੱਖ ਕੌਮ ਤੇ। ਬਲਵੰਤ ਸਿੰਘ ਨੇ ਜੋ ਕੰਮ ਕੀਤਾ, ਜੋ ਬੇਅੰਤ ਸਿੰਘ ਨੂੰ ਸੋਧਿਆ, ਉਹ ਬਿਲਕੁਲ ਸਹੀ ਸੀ। ਉਸ ਵਕਤ ਹਾਲਾਤ ਇਹੋ ਜਿਹੇ ਸੀ ਕਿ ਜਦੋਂ ਕੋਈ ਸਰਕਾਰ ਕਿਸੇ ਧਰਮ ਦੇ ਇਸ਼ਟ ਨੂੰ ਨਸ਼ਟ ਕਰ ਦੇਵੇ, ਗੁਰਦੁਆਰੇ ਨਸ਼ਟ ਕਰ ਦੇ, ਹਰਿਮੰਦਰ ਸਾਹਿਬ ਢਾਹ ਦੇਵੇ, ਸੰਤਾਂ ਨੂੰ ਸ਼ਹੀਦ ਕਰ ਦੇ, ਹਜ਼ਾਰਾਂ ਨੌਜਵਾਨਾਂ ਨੂੰ ਲਾਪਤਾ ਕਰਕੇ ਸ਼ਹੀਦ ਕਰ ਦੇ, ਤੁਹਾਡਾ ਸੱਭਿਆਚਾਰ, ਤੁਹਾਡੀ ਬੋਲੀ, ਤੁਹਾਡਾ ਆਰਥਿਕ, ਤੁਹਾਡਾ ਸਭ ਕੁਝ ਨਸ਼ਟ ਕਰ ਦੇਵੇ, ਉਦੋਂ ਉਸ ਕੌਮ ਦੇ ਬੰਦਿਆਂ ਨੂੰ ਹੱਕ ਹੁੰਦਾ ਕਿ ਜਿਹੜੇ ਇਸ ਤਰ੍ਹਾਂ ਕਰਦੇ ਕਿ ਉਹਨਾਂ ਤੋਂ ਹਿਸਾਬ ਕਿਤਾਬ ਲਿੱਤਾ ਜਾਵੇ। ਜੇ ਬੇਅੰਤ ਸਿੰਘ ਨੇ ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਤੇ ਉਹਨੂੰ ਬਲਵੰਤ ਸਿੰਘ ਨੇ ਸੋਧਿਆ, ਉਹ ਬਿਲਕੁਲ ਸਹੀ ਆ। ਸਿੱਖ ਰਵਾਇਤਾਂ ਅਨੁਸਾਰ ਇਹ ਬਿਲਕੁਲ ਸਹੀ ਆ ਤੇ ਉਹ ਸਾਡਾ ਨਾਇਕ ਆ, ਭਾਵੇਂ ਕਾਨੂੰਨ ਜੋ ਮਰਜ਼ੀ ਕਹਿੰਦਾ ਹੈ। ਜਿਹੜੀ ਉਹਨੇ ਪੋਜੀਸ਼ਨ ਲਈ ਆ ਕਿ ਮੈਂ ਇਸ ਕਾਨੂੰਨ ਥੱਲੇ ਨਹੀਂ ਝੁਕਣਾ, ਮੈਂ ਕੋਈ ਰਹਿਮ ਦੀ ਅਪੀਲ ਨਹੀਂ ਕਰਨਾ, ਉਹ ਬਹੁਤ ਚੜ੍ਹਦੀ ਕਲਾ ਵਾਲੀ ਬੜੀ ਉੱਚੀ ਪੋਜੀਸ਼ਨ ਆ ਤੇ ਸਾਰੀ ਕੌਮ ਉਹਦੇ ਨਾਲ ਆ ਤਾਂ ਸਾਨੂੰ ਇਹ ਤੇ ਫਖਰ ਆ। ਪਰ ਅੱਜ ਜਿੱਥੇ ਬੇਅੰਤ ਸਿੰਘ, ਬਲਵੰਤ ਸਿੰਘ ਤੇ ਕੌਮ ਇੱਕ ਆ ਤੇ ਇਹ ਬ੍ਰਾਹਮਣਵਾਦੀ ਸਰਕਾਰ ਸਾਡੇ ਤੇ ਸਿੱਧਾ ਹਮਲਾ ਕਰ ਰਹੀ ਹੈ। ਸਿੱਖੀ ਤੇ ਹਮਲਾ ਆ। ਬਲਵੰਤ ਸਿੰਘ ਨੂੰ ਫਾਂਸੀ ਨਹੀਂ, ਸਿੱਖੀ ਨੂੰ ਫਾਂਸੀ ਵਾਲੀ ਗੱਲ ਆ। ਇਸ ਤਰ੍ਹਾਂ ਸਾਨੂੰ ਲੈਣਾ ਚਾਹੀਦਾ। ਉੱਥੇ ਸਾਡੇ ਲਈ ਇਹ ਵੀ ਜ਼ਰੂਰੀ ਆ ਕਿ ਅਸੀਂ ਬਲਵੰਤ ਸਿੰਘ ਦੀ ਇਹ ਸੋਚ ਕਿ ਮੈਂ ਇੱਥੇ ਨਹੀਂ ਝੁਕਣਾ, ਰਹਿਮ ਨਹੀਂ ਕਰਨਾ, ਉਹਦੀ ਕਦਰ ਕਰੀਏ ਤੇ ਨਾਲ ਹੀ ਅਸੀਂ ਫਾਂਸੀ ਨੂੰ ਰੋਕਣਾ ਵੀ ਆ। ਉਹਦੇ ਅਨੁਸਾਰ ਕੇਸ ਲੜੇ। ਉਹ ਇਹ ਆ ਕਿ ਉੱਥੇ ਇਹ ਦੱਸਿਆ ਜਾਵੇ ਕਿ ਜੇ ਕਿਸੇ ਵੀ ਜੁਰਮ ਲਈ ਇੱਕੋ ਹੀ ਤਰ੍ਹਾਂ ਦੀਆਂ ਸਜ਼ਾ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ। ਜੇ ਬਲਵੰਤ ਸਿੰਘ ਨੂੰ ਇਹ ਸਜ਼ਾ ਆ ਤੇ ਜਿਹੜਾ ਦਿੱਲੀ ਕਤਲੇਆਮ ਹੋਇਆ, ਗੁਜਰਾਤ ਕਤਲੇਆਮ ਹੋਇਆ, ਉੜੀਸਾ ਕਤਲੇਆਮ ਹੋਇਆ, ਉਹਦੇ ਲਈ ਵੀ ਉਹੀ ਸਜ਼ਾ ਚਾਹੀਦੀਆਂ। ਜਿਹੜੇ ਪੰਜਾਬ 'ਚ ਇੰਨੀਆਂ 25,000 ਨੌਜਵਾਨਾਂ ਦੀਆਂ ਲਾਸ਼ਾਂ ਲਵਾਰਸ ਆ, ਅੱਜ ਤੱਕ ਕੁਝ ਪਤਾ ਨਹੀਂ, ਉਹਨਾਂ ਸਾਰਿਆਂ ਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜੋ ਸਿੱਖ ਕੌਮ ਨਾਲ ਦਿੱਲੀ ਸਟੇਟ ਨੇ ਕੀਤਾ ਹੈ ਅੱਜ ਤੱਕ, ਉਹ ਸਾਰਾ ਫਰੋਲਣਾ ਚਾਹੀਦਾ। ਉੱਥੇ ਦੁਨੀਆ 'ਚ ਕੇਸ ਲੜਨਾ ਚਾਹੀਦਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਤੇ ਇੱਥੇ ਉਸ ਸਿਧਾਂਤ ਤੇ ਲੜਨਾ ਚਾਹੀਦਾ, ਨਾ ਕਿ ਕੋਈ ਰਹਿਮ ਰੂਮ ਦੀ ਅਪੀਲ। ਤੇ ਦੂਸਰੀ ਗੱਲ, ਜੋ ਫਾਂਸੀ ਦੀ ਸਜ਼ਾ ਵਿਰੁੱਧ ਸਾਰੀ ਦੁਨੀਆ 'ਚ ਇੱਕ ਲਹਿਰ ਆ। ਤਕਰੀਬਨ 80% ਦੇਸ਼ ਫਾਂਸੀ ਦੀ ਸਜ਼ਾ ਖਤਮ ਕਰ ਚੁੱਕੇ ਆ। ਉਹ ਅਕਾਲ ਤਖਤ ਨੂੰ ਚਾਹੀਦਾ ਕਿ ਉਹਦੀ ਸਰਪ੍ਰਸਤੀ ਕਰੇ
ਤੇ ਇਸ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਕਵੇ ਕਿ ਜਿਵੇਂ ਤਾਮਿਲਨਾਡੂ ਸਰਕਾਰ ਨੇ ਮਤਾ ਪੇਸ਼ ਕੀਤਾ ਹੈ ਫਾਂਸੀ ਦੇ ਵਿਰੁੱਧ, ਉਹ ਇੱਥੇ ਵੀ ਫਾਂਸੀ ਦੇ ਵਿਰੁੱਧ ਮਤਾ ਪੇਸ਼ ਕਰੇ। ਤੇ ਗਵਰਨਰ ਨੂੰ ਇੱਕ ਰਾਖਵੀਆਂ ਤਾਕਤਾਂ ਹੁੰਦੀਆਂ ਗਵਰਨਰ ਦੀ ਕਿ ਕਿਸੇ ਕੈਦੀ ਦੀ ਸਜ਼ਾ ਨੂੰ ਉਹ ਸਸਪੈਂਡ ਕਰ ਸਕਦਾ, ਘਟਾ ਸਕਦਾ ਤੇ ਮਾਫ ਕਰ ਸਕਦਾ। ਇਹ ਜਿਹੜਾ ਚੀਫ ਮਿਨਿਸਟਰ ਆ ਪੰਜਾਬ ਦਾ, ਉਹ ਸੁਜੈਸਟ ਕਰੇ ਗਵਰਨਰ ਨੂੰ ਕਿ ਇਹਦੀ ਇਹ ਖਾਸ ਹਾਲਾਤਾਂ 'ਚ ਇਹ ਐਕਸ਼ਨ ਹੋਇਆ ਸੀ ਜਦੋਂ ਕੋਈ ਸਟੇਟ ਸਾਡਾ ਸਾਰਾ ਕੁਝ ਤਬਾਹ ਕਰਦੇ ਆ ਤੇ ਉਸ ਕੌਮ ਦੇ ਬੰਦਿਆਂ ਨੇ, ਅਸੀਂ ਇੱਕ ਆਪਣੇ ਦਫਾਅ 'ਚ ਜਾਣੀ ਕਿ ਹਥਿਆਰ ਚੁੱਕੇ, ਉਹ ਜਾਇਜ਼ ਸੀਗੇ ਜਿਵੇਂ ਸਾਨੂੰ ਗੁਰੂ ਨੇ, ਤੇ ਉਹ ਗੱਲ ਸੀ ਤੇ ਇਸ ਕਰਕੇ ਉਹ ਸਜ਼ਾ ਮਨਸੂਖ ਕਰਨੀ ਚਾਹੀਦੀ ਹੈ। ਤੇ ਇਹਦੇ ਨਾਲ ਹੀ ਜਿਵੇਂ ਬਲਵੰਤ ਸਿੰਘ ਨੇ ਕਿਹਾ ਕਿ ਸਾਰੀ ਕੌਮ ਨੂੰ ਕੇਸਰੀ ਝੰਡੇ ਸਾਰੇ ਥਾਂ ਲਾਉਣੇ ਚਾਹੀਦੇ ਆ, ਉਹ ਅਕਾਲ ਤਖਤ ਨੂੰ ਆਦੇਸ਼ ਕਰਨਾ ਚਾਹੀਦਾ ਕਿ ਸਾਰੇ ਸਿੱਖ ਆਪਣੇ ਘਰਾਂ ਤੇ ਅਦਾਰਿਆਂ ਤੇ ਇਹ ਝੰਡੇ ਲਾਉਣ। ਤੇ ਨਾਲ ਹੀ ਇੱਕ ਹੋਰ ਵੀ ਗੱਲ ਕਿ ਕੱਲ ਜਿਵੇਂ ਅੱਜ ਤੋਂ ਬਾਅਦ ਜੋ ਵੀ ਅਰਦਾਸ ਕਿਤੇ ਵੀ ਹੋਵੇ ਸਿੱਖਾਂ ਦੀ ਸਾਂਝੀ, ਉਹਦੇ ਵਿੱਚ ਸਪਸ਼ਟ ਰੂਪ 'ਚ ਇਹ ਆਉਣਾ ਚਾਹੀਦਾ ਆ ਕਿ ਬਲਵੰਤ ਸਿੰਘ ਨੇ ਜੋ ਕੰਮ ਕੀਤਾ ਉਹ ਸਿੱਖੀ ਕਦਰਾਂ ਅਨੁਸਾਰ ਸੀ, ਉਹ ਅਖਲਾਕੀ ਕੰਮ ਸੀ ਤੇ ਅਸੀਂ ਉਹ ਕੌਮ ਦਾ ਹੀਰੋ ਆ। ਤੇ ਜੇ ਸਰਕਾਰ ਉਹਨੂੰ ਫਾਂਸੀ ਦਿੰਦੀ ਆ ਤੇ ਕੌਮ ਦਾ ਸ਼ਹੀਦ ਖਾਲਿਸਤਾਨ ਦਾ ਸ਼ਹੀਦ ਹੋਏਗਾ। ਤੇ ਫਿਰ ਵੀ ਜੇ ਸਾਨੂੰ ਲੱਗਦਾ ਆ ਕਿ ਇਹ ਸਰਕਾਰ ਵਜਦੇ ਆ ਉਹਨੂੰ ਫਾਂਸੀ ਦੇਣ ਲਈ, ਫਿਰ ਅਕਾਲ ਤਖਤ ਨੂੰ, ਸਾਰੇ ਪੰਥ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਸਾਰੇ ਪੰਥ ਜਿੱਥੇ ਵੀ ਫਾਂਸੀ ਹੋਵੇ, ਜਿਵੇਂ ਪਟਿਆਲੇ ਆ ਕਿ 28 ਜਾਂ 29 ਤਰੀਕ ਨੂੰ ਸਾਰਾ ਪੰਥ ਉੱਤੇ ਇਕੱਠਾ ਹੋਵੇ, ਕੇਸਰੀ ਦਸਤਾਰਾਂ, ਦੁਪੱਟੇ ਤੇ ਨਿਸ਼ਾਨ ਸਾਹਿਬ ਲੈ ਕੇ, ਤੇ ਉੱਥੋਂ ਬਾਅਦ ਖਾਲਿਸਤਾਨ ਦੀ ਅਗਲੀ ਕਿਸ ਤਰ੍ਹਾਂ ਆਪਾਂ ਉਸ ਨਿਸ਼ਾਨੇ ਤੱਕ ਪਹੁੰਚਣਾ ਆ। ਕਿਉਂਕਿ ਅਸਲੀ ਗੱਲ ਖਾਲਿਸਤਾਨ ਹੈ, ਆਜ਼ਾਦ ਸਿੱਖ ਰਾਜ ਆ। ਆਪਾਂ ਦੇਖਣਾ ਕਿ ਫਾਂਸੀ ਨਹੀਂ ਅਸਲ ਗੱਲ, ਫਾਂਸੀ ਕਿਉਂ ਹੋਈ ਸੀ ਉਹ ਗੱਲ ਆ। ਪਹਿਲਾਂ ਇੰਨੀਆਂ ਸ਼ਹਾਦਤਾਂ ਹੋਈਆਂ, ਇੰਨੀਆਂ ਫਾਂਸੀਆਂ ਹੋਈਆਂ, ਗੱਲ ਅਸਲ ਹੈ ਸਿੱਖੀ ਦੀ, ਤੇ ਸਿੱਖੀ ਚੋਂ ਨਕਲਦਾ ਰਾਜ। ਤੇ ਖਾਲਿਸਤਾਨ ਦੀ ਗੱਲ ਉਹ ਆ ਕਿ ਉਹ ਉੱਥੇ ਗੱਲ ਹੋਣੀ ਚਾਹੀਦੀ ਆ ਕਿ ਅਸੀਂ ਖਾਲਿਸਤਾਨ ਵੱਲ ਨੂੰ ਕਿਵੇਂ ਵਧਣਾ, ਪਿੱਛੇ ਕੀ ਗਲਤੀਆਂ, ਅੱਗੇ ਕਿਵੇਂ ਜਾਣਾ। ਇਹ ਫਿਰ ਸਾਨੂੰ ਉੱਥੋਂ ਇੱਕ ਨਵਾਂ ਅਧਿਆਸ ਉੱਥੋਂ ਤੋਰਨਾ ਚਾਹੀਦਾ ਹੈ। ਜੇ ਫਾਂਸੀ ਦਿੰਦੇ ਆ ਤਾਂ ਇੱਧਰ ਨੂੰ ਚੱਲਣਾ ਚਾਹੀਦਾ ਹੈ। ਤੇ ਅਸੀਂ ਤਾਂ ਇਹੀ ਕਹਿ ਕੇ ਆਏ ਆ, ਸਾਨੂੰ ਪੂਰੀ ਉਮੀਦ ਆ ਕਿ ਸਿੱਖ ਕੌਮ ਕੀ ਅਕਾਲ ਤਖਤ ਦੇ ਜਥੇਦਾਰ ਬੜੇ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਕਿ ਉਹ ਚੰਗਾ ਫੈਸਲਾ ਲੈਣਗੀਆਂ ਕਿ ਸਿੱਖ ਕੌਮ ਇਹ ਚਾਹੁੰਦੀ ਆ ਕਿ ਇਸ ਤਰ੍ਹਾਂ ਦੇ ਫੈਸਲੇ ਹੋਣ। ਜਥੇਦਾਰ ਇਹ ਵੀ ਕਰ ਸਕਦੇ ਆ ਕਿ ਇੱਕ ਜਥੇਦਾਰ ਆਪਣੀ ਸੀਟ ਤੋਂ ਤਿਆਗ ਕੇ ਬਲਵੰਤ ਸਿੰਘ ਨੂੰ ਜਥੇਦਾਰੀ ਦੇਵੇ, ਇਹਦੇ ਨਾਲ ਕੌਮ ਉਹਦੀ ਹੋਰ ਸ਼ਾਨ ਵੱਧਦੀ ਹੈ। ਤੇ ਜਿਹੜਾ SGPC ਵੱਲੋਂ ਜਿਹੜਾ ਕੇਸ ਲੜਿਆ ਜਾਣਾ, ਉਹ ਇਸ ਤਰੀਕੇ ਨਾਲ ਲੜਿਆ ਜਾਵੇ, ਜੁਰਤ ਨਾਲ ਸਿੱਖ ਕੇਸ ਪੇਸ਼ ਕਰਕੇ ਕਿ ਸਾਡਾ ਸੰਵਿਧਾਨ ਅਕਾਲ ਤਖਤ ਦਾ ਸਿੱਖੀ ਦਾ ਹੈ, ਜੋ ਉਹਨੇ ਕੀਤਾ ਠੀਕ ਕੀਤਾ, ਤੇ ਇਸ ਕੋਈ ਰਹਿਮ ਰੂਮ ਵਾਲੀ ਗੱਲ ਨਹੀਂ। ਇਹ ਉੱਥੇ ਵੀ ਲੜਿਆ ਜਾਵੇ, ਸਾਰੀ ਦੁਨੀਆ 'ਚ ਲੜਿਆ ਜਾਵੇ, ਇਹ ਤਰੀਕਾ ਆ। ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਫਕਰੇ ਕੌਮ ਪੰਥ ਰਤਨ ਦਿੱਤਾ, ਉਹ ਅੱਜ ਫਾਂਸੀ ਦੀ ਗੱਲ ਕਰੀਏ ਤੇ ਭਗਤ ਸਿੰਘ ਹੋਣਾ ਦਾ ਫਾਂਸੀ ਦਾ ਜਿਹੜਾ ਅੱਜ ਦਿਹਾੜਾ ਉਹਨੂੰ ਮਨਾਉਣ ਦੇ ਇਕੱਤਰ ਹੋਏ ਨੇ। ਇੱਥੇ ਪੰਥ ਦੇ ਥੱਲੇ ਸਾਰੀ ਸਿੱਖ ਕੌਮ ਇਕੱਤਰ ਹੋਈ ਹੈ, ਅਕਾਲ ਤਖਤ ਸਾਹਿਬ ਦੇ ਥੱਲੇ ਸਾਰੀ ਸਿੱਖ ਕੌਮ ਇਕੱਤਰ ਹੋਈ ਹੈ। ਕਿ ਉਹਨਾਂ ਨੂੰ ਇਹ ਸੋਚ 'ਚ ਨਹੀਂ ਆ ਰਿਹਾ, ਤੁਸੀਂ ਸਮਝਦੇ ਹੋ ਕਿ ਇਹ ਭਾਈ ਬਲਵੰਤ ਸਿੰਘ ਜੀ ਰਾਜੂਆਣਾ ਦੇ ਲਈ ਵੀ ਕੁਝ ਸੋਚਣਾ ਚਾਹੀਦਾ? ਦੇਖੋ, ਜਿਹੜੇ ਅਵਾਰਡਾਂ ਦੀ ਗੱਲ ਆ, ਪੰਥ ਰਤਨ ਜਾਂ ਫਖਰੇ ਕੌਮ, ਇਹ ਪਹਿਲਾਂ ਵੀ ਜਿਹੜੀਆਂ ਹਕੂਮਤਾਂ ਰਹੀਆਂ ਕਿ ਨਹੀਂ ਆਪਣੇ ਆਪ ਨੂੰ ਬਹੁਤ ਇਨਾਮ ਦੇ ਲੈਂਦੇ ਹੁੰਦੇ ਆ। ਕਿਸੇ ਵੇਲੇ ਜਦੋਂ ਹਿੰਦੁਸਤਾਨ ਤੇ ਜਿਹੜੇ ਹਮਲੇ ਹੁੰਦੇ ਸੀ, ਜਿਹੜਾ ਮਹਿਮੂਦ ਗਜ਼ਨੀ ਦਾ ਜਿਹੜਾ ਸਭ ਤੋਂ ਵੱਡਾ ਜਨਰਲ ਸੀ, ਹਿੰਦੂ ਹੁੰਦਾ ਸੀ। ਇਹ ਨਹੀਂ ਦੇਖਣਾ ਜੇ ਜੂਇਸ਼ ਨੂੰ ਜਿੰਨੇ ਵੀ ਬੰਦਿਆਂ ਨੂੰ 60 ਲੱਖ ਬੰਦਾ ਮਾਰਿਆ, ਉਹਨਾਂ ਨੂੰ ਜਿਹੜੇ ਸਾਰਿਆਂ ਨੂੰ ਮਾਰਨ ਵਾਲੇ ਉਹ ਜੂਇਸ਼ ਹੀ ਹੁੰਦੇ ਸੀ ਉਹਨਾਂ ਦੇ ਜਨਰਲ। ਇਹਦਾ ਇਹ ਮਤਲਬ ਨਹੀਂ ਕਿ ਸਿੱਖਾਂ ਦੇ ਅੱਗੇ ਜੇ ਕੋਈ ਲੱਗਾ ਆ ਤੇ ਸਿੱਖ ਸਰਕਾਰ ਨਾਲ ਆ ਜਾਂ ਸਿੱਖ ਉਹ ਕੋਈ ਹਕੂਮਤ ਦੇ ਤਹਿਤ ਤੇ ਆਪਣਾ ਕੋਈ ਲੈ ਲੈਂਦੇ ਆ ਕੋਈ ਇਹੋ ਜਿਹਾ ਅਵਾਰਡ। ਅਸਲ ਅਵਾਰਡ ਗੁਰੂ ਦੀ ਅਦਾਲਤ 'ਚ ਹੁੰਦੇ ਆ। ਇਹਨਾਂ ਨੂੰ ਅਸੀਂ ਨਹੀਂ ਮੰਨਦੇ, ਨਾ ਕਦੀ ਪੰਥ ਨੇ ਮੰਨਿਆ, ਪਹਿਲਾਂ ਵੀ ਬੜਿਆਂ ਨੇ ਕੀਤਾ, ਇਹਨਾਂ ਦਾ ਕੋਈ ਮਹਿਨਾ ਨਹੀਂਗਾ। ਉਹ ਤਾਂ ਪੰਥ ਦਿੰਦਾ ਹੁੰਦਾ ਕਿ ਕੌਣ ਫਖਰੇ ਕੌਮਾਂ ਦਾ, ਕੌਣ ਪੰਥ ਰਤਨ ਆ, ਇਸ ਤਰ੍ਹਾਂ ਦਾ ਨਹੀਂ ਹੁੰਦਾ। ਸਰਕਾਰ ਨੂੰ ਕਦੀ ਨਹੀਂ ਮੰਨਿਆ ਕਿਸੇ ਖਾਲਸਾ ਪੰਥ ਨੇ। ਬਾਕੀ ਗੱਲ ਜਿਹੜੀ ਸਰਕਾਰ ਦੀ ਆ, ਉਹ ਆਪਣੇ ਸਪਸ਼ਟ ਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਪਰਸੋਂ ਚੌਥ ਤਾਂ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਆਏ ਆ, ਉੱਥੇ ਕੋਈ ਗੱਲ ਹੀ ਨਹੀਂ ਹੋਈ। ਇਹ ਕਿਉਂ ਨਹੀਂ ਕੀਤੀ? ਐਡਾ ਮਸਲਾ ਆ। ਬਲਵੰਤ ਸਿੰਘ ਅੱਜ ਕੋਈ ਬਲਵੰਤ ਸਿੰਘ ਥੋੜੋ ਆ, ਅੱਜ ਸਿੱਧੀ ਸਿੱਖ ਦੀ ਅਣਖ ਤੇ ਪੱਗ ਨੂੰ ਹੱਥ ਆ। ਸਿੱਖੀ ਨੂੰ ਫਾਂਸੀ ਵਾਲੀ ਗੱਲ ਆ ਇਹ। ਜਦੋਂ ਅਸੀਂ ਇਹ ਰੋਕਣ ਦੀ ਗੱਲ ਕਰਦਾ ਇਹ ਆ, ਤੇ ਉਹਦਾ ਕੋਈ ਫਰਜ਼ ਨਹੀਂ ਬਣਦਾ ਕਿ ਉਹਨੂੰ, ਉਹ ਕਹਿੰਦੇ ਆ ਕਿ ਮੈਨੂੰ ਸਾਰਿਆਂ ਨੇ ਵੋਟਾਂ ਦਿੱਤੀਆਂ, ਚਲੋ ਵੋਟਾਂ 'ਚ ਆਪਾਂ ਨਾ ਜਾਈਆਂ ਕਿਵੇਂ ਦਿੱਤੀਆਂ, ਪਰ ਉਹਨਾਂ ਦਾ ਫਰਜ਼ ਬਣਦਾ ਆ ਕਿ ਜਿੱਥੇ ਇੱਕ ਸਿੱਖੀ ਤੇ ਸਿੱਧਾ ਹਮਲਾ ਆ ਕਿ ਉਹਦੇ ਬਾਰੇ ਉਹਨਾਂ ਦਾ ਕੀ ਵਿਚਾਰ ਆ, SGPC ਦਾ ਕੀ ਵਿਚਾਰ ਆ। ਸਿਰਫ ਬਿਆਨ ਦੇਣ ਦਾ ਤਾਂ ਕੋਈ ਮਤਲਬ ਨਹੀਂ ਕਿ ਨਹੀਂ।
ਤਾਮਿਲਨਾਡੂ ਵਾਲੇ ਮਤਾ ਪੇਸ਼ ਕਰ ਸਕਦੇ, ਉਹ ਕਿਉਂ ਨਹੀਂ ਕਰ ਸਕਦੇ? ਭੁੱਲਰ ਸਾਹਿਬ ਬਾਰੇ ਕਿਹਾ ਸੀ, ਉਦੋਂ ਵੀ ਨਹੀਂ ਕੀਤਾ। ਭੁੱਲਰ ਸਾਹਿਬ ਬਾਰੇ ਇੰਨੇ ਜੋ ਇਹਨਾਂ ਨੇ ਜੋ ਫੈਸਲੇ ਉਹ ਕੋਈ ਲਾਗੂ ਕੀਤੇ ਆ। ਫਿਰ ਆਪਾਂ ਇਹ ਵੀ ਦੇਖੀਏ ਕਿ ਦੇਖੋ ਜਿਹੜੇ ਕੌਮ ਦੇ ਸ਼ਹੀਦ ਆ, ਉਹ ਕੌਮ ਦੇ ਸ਼ਹੀਦ ਹੁੰਦੇ ਆ, ਤੇ ਅਸੀਂ ਹਾਲੇ ਆਸ ਕਰਦੇ ਹਾਂ ਕਿ ਜਥੇਦਾਰ ਸਹੀ ਫੈਸਲਾ ਲੈਣਗੇ ਤੇ ਜਥੇਦਾਰ ਦੀ ਪੋਜੀਸ਼ਨ ਸਭ ਤੋਂ ਉੱਚੀ ਆ। ਕਿਸੇ ਸੂਬੇਦਾਰ ਦਾ ਕਿਸੇ ਇਹਨਾਂ ਦੀ ਏਡੀ ਪੋਜੀਸ਼ਨ ਨਹੀਂ ਹੁੰਦੀ, ਉਹ ਆਦੇਸ਼ ਲੈਣ। ਇਸ ਕਾਲ ਤਖਤ ਤੇ ਖੜ ਕੇ ਕਿਸੇ ਤੋਂ ਝੁਕਣ ਦੀ ਜ਼ਰੂਰਤ ਨਹੀਂ। ਅਸੀਂ ਇਸੇ ਆਸ ਨਾਲ ਪੰਥ ਇੱਥੇ ਆਇਆ ਆ। ਕੋਈ ਦਿੱਲੀ ਹੋਵੇ ਜਾਂ ਦਿੱਲੀ ਦਾ ਸੂਬੇਦਾਰ ਹੋਵੇ, ਸਾਨੂੰ ਉਤੋਂ ਬਾਹਲੀ ਉਮੀਦ ਨਹੀਂ ਰੱਖਣੀ ਚਾਹੀਦੀ ਤੇ ਜਥੇਦਾਰਾਂ ਨੂੰ ਗੁਰੂ ਵੱਲ ਦੇਖ ਕੇ ਫੈਸਲਾ ਲੈਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਜਥੇਦਾਰ ਸਾਹਿਬ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜੋ ਫੈਸਲਾ ਲਏਗੀ, ਉਹ ਪੰਥ ਸਾਰਾ ਉਹਨਾਂ ਦੇ ਨਾਲ ਹੋਏਗਾ। ਉਹਨਾਂ ਕੋਲ ਫੈਸਲਾ ਕਰਨ ਦੀ ਇਹ ਵੀ ਉਮੀਦ ਹੈ ਕਿ ਜੇ ਉਹ ਫੈਸਲਾ ਲੈਂਦੇ ਨੇ ਕਿ ਭਾਈ ਰਾਜੂਆਣਾ ਦੀ ਜਿਹੜੀ ਹੈ ਫਾਂਸੀ ਦੀ ਸਜ਼ਾ ਨੂੰ ਉੱਥੇ ਹੀ ਰੋਕਿਆ ਜਾ ਸਕਦਾ, ਉਹਨਾਂ ਦੇ ਅਧਿਕਾਰ ਦੇ ਵਿੱਚ, ਉਹਨਾਂ ਦੇ ਹੱਥ ਦੇ ਵਿੱਚ ਇਹੋ ਜਿਹੇ ਫੈਸਲੇ ਹਨ ਕਿ ਜੇ ਉਹ ਅੱਜ ਇੱਕ ਫੈਸਲਾ ਚੰਗਾ ਲੈ ਲੈਂਦੇ ਨੇ ਤੇ ਭਾਈ ਰਾਜੂਆਣਾ ਦੀ ਜਿਹੜੀ ਹੈ ਫਾਂਸੀ ਜਿਹੜੀ ਹੈ ਉਹ ਮੁਅੱਤਲ ਹੋ ਸਕਦੀ ਹੈ, ਖਤਮ ਹੋ ਸਕਦੀ ਹੈ। ਕੀ ਤੁਸੀਂ ਉਮੀਦ ਕਰਦੇ ਹੋ ਕਿ ਇਹੋ ਜਿਹਾ ਫੈਸਲਾ ਇੱਕ ਲਿੱਤਾ ਜਾ ਸਕਦਾ? ਦੇਖੋ ਜੀ, ਅਸੀਂ ਆਸ ਕਰਦੇ ਹਾਂ, ਸਿੱਖ ਨੂੰ ਸਦਾ ਆਸ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਅਕਾਲ ਤਖਤ ਤੇ ਆਏ ਹਾਂ ਤੇ ਅਹਿਸਾਸ ਨਾਲ ਆਏ ਹਾਂ, ਆਸ ਰੱਖਦੇ ਤੇ ਪੰਥ ਇਹ ਚਾਹੁੰਦਾ ਉਹਨਾਂ ਤੋਂ ਫੈਸਲਾ ਲਵੇ। ਆਉਣ ਵਾਲਾ ਫੈਸਲਾ ਦੇਖਦੇ ਹਾਂ। ਖਾਲਸਾ ਜੀ, ਬੇਨਤੀ ਹੈ, ਅਸੀਂ ਦਮਦਮਾ ਟਕਸਾਲ ਦੇ ਵਿਦਿਆਰਥੀ ਸਿੰਘ ਤਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸਭਾ ਹਰਿਆਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਦੇ ਸਾਰੇ ਸਿੰਘਾਂ ਨੇ ਇਹ ਵਿਚਾਰ ਬਣਾਇਆ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਉਹਨਾਂ ਨੇ ਸੰਘਰਸ਼ ਕੀਤੇ ਸੰਘਰਸ਼ ਦੀ ਅਸੀਂ ਕਦਰ ਕਰਦੇ ਹਾਂ। ਜਿਹੜਾ ਉਹਨਾਂ ਨੇ ਫਾਂਸੀ ਤੇ ਚੜ੍ਹਨ ਦਾ ਫੈਸਲਾ ਲਿਆ, ਉਹਦੇ ਸਬੰਧ ਵਿੱਚ ਸਾਰੇ ਸਿੰਘ ਅਸੀਂ ਮਿਲ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਅਡੋਲਤਾ ਬਖਸ਼ਿਸ਼ ਕਰਨੀ, ਡੋਲਣ ਨਾ ਦੇਣਾ। ਬਾਕੀ ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਉਹਨਾਂ ਦੇ ਲਏ ਹੋਏ ਫੈਸਲੇ ਦੇ ਵਿੱਚ ਰੋੜਾ ਬਣ ਕੇ ਉਹਨਾਂ ਨੂੰ ਅਟਕਾਉਣ ਦਾ ਯਤਨ ਕੋਈ ਵੀ ਨਾ ਕਰੇ। ਇੱਕ ਸਿੱਖ ਸੰਘਰਸ਼ ਦਾ ਬਹੁਤ ਉੱਚਾ ਤੇ ਸੁੱਚਾ ਜਜ਼ਬਾ ਪੈਦਾ ਹੋਇਆ ਤੇ ਸਿੱਖੀ ਕੌਮ ਦਾ ਇੱਕ ਬਹੁਤ ਵੱਡਾ ਸ਼ਹੀਦ ਹੋਵੇਗਾ, ਜਿਸ ਦਿਨ ਫਾਂਸੀ ਦੇ ਫੰਦੇ ਤੇ ਚੜ੍ਹ ਕਰਕੇ ਮਾਣ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰੇਗਾ। ਇਹਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਦੇ ਮਨਾਂ ਅੰਦਰ ਇੱਕ ਨਵਾਂ ਜਜ਼ਬਾ ਤੇ ਨਵਾਂ ਲਹਿਰ ਪੈਦਾ ਹੋਵੇਗੀ। ਇਹ ਸਾਡੀ ਅੱਜ ਸੁਝਾਅ ਦੇ ਤੌਰ ਤੇ ਸਿੰਘ ਸਾਹਿਬ ਕੋਲ ਬੇਨਤੀ ਦੇ ਰੂਪ ਵਿੱਚ ਲਿਖਤੀ ਪੱਤਰ ਦਿੱਤਾ ਗਿਆ ਹੈ।